ਜ਼ਮੀਨਾਂ ਦੇ ਅੰਦਰ ਅੱਗੇ ਕੀੜੇ ਮਕੌੜੇ ਵੀ ਹੁੰਦੇ। ਜ਼ਮੀਨਾਂ ਵੀ ਐਸੀਆਂ ਵੀ ਹੁੰਦੀਆਂ ਜਿਹੜੀਆਂ ਜ਼ਰਖੇਜ਼ ਨਹੀਂ ਵੀ ਹੁੰਦੀਆਂ, ਐਸੀਆਂ ਵੀ ਹੁੰਦੀਆਂ ਜਿਹੜੀਆਂ ਪਥਰੀਲੀਆਂ ਹੁੰਦੀਆਂ, ਬੰਜਰ ਵੀ ਹੁੰਦੀਆਂ, ਮੁਖਤਲਿਫ ਤਰ੍ਹਾਂ ਦੀ ਜ਼ਮੀਨਾਂ ਹੁੰਦੀਆਂ। ਮਗਰ ਕਿਸਾਨ ਇੱਕ ਯਕੀਨ ਦੇ ਨਾਲ ਲੱਗ ਕੇ ਉਹਦੀ ਕਾਸ਼ ਸ਼ੁਰੂ ਕਰ ਦਿੰਦਾ ਹੈ। ਕਿਸੇ ਤੇ ਮਿਹਨਤ ਜ਼ਿਆਦਾ ਹੁੰਦੀ ਤੇ ਕਿਸੇ ਤੇ ਘੱਟ ਹੁੰਦੀ ਹੈ। ਫਿਰ ਅੱਲਾ ਦੀ ਜ਼ਾਤ ਤੇ ਯਕੀਨ ਹੁੰਦਾ ਹੈ, ਉਹਦਾ ਤਵੱਕਲ ਹੁੰਦਾ ਹੈ ਕਿ ਸ਼ਾਇਦ ਅੱਲਾਹ ਤਾਲਾ ਦੀ ਜ਼ਾਤ ਕੋਈ ਰਹਿਮਤ ਕਰ ਦੇ। ਉਹਦੀ ਰਹਿਮਤ ਕਰਦੀ ਹੈ, ਫਿਰ ਉਹਦੇ ਵਿੱਚੋਂ ਸਰਸਬਜ਼ ਸ਼ਾਦਾਬੀ ਵੀ ਪੈਦਾ ਹੋ ਜਾਂਦੀ ਹੈ। ਸਾਡੀਆਂ ਜਿਹੜੀਆਂ ਜ਼ਮੀਨਾਂ ਦਿਲ ਦੀਆਂ ਹੈਗੀਆਂ, ਦੁਨੀਆ ਆਖਰਤ ਕੀ ਖੇਤੀ ਹੈ। ਅੱਲਾਹ ਦੇ ਰਸੂਲ ਨੇ ਫਰਮਾਇਆ ਕਿ ਦੁਨੀਆ ਆਖਰਤ ਦੀ ਖੇਤੀ ਹੈ। ਹੁਣ ਜਿਹੜੀ ਖੇਤੀ ਆਖਰਤ ਦੀ ਹੈਗੀ, ਉਹਦੇ ਵਿੱਚ ਵੀ ਕੁਝ ਲਾਣਾ ਜਾਂ ਨਹੀਂ ਲਾਣਾ, ਸਮਝੋ ਨਾ। ਦੁਨੀਆ ਦੀ ਖੇਤੀ ਦੇ ਵਿੱਚ ਤਾਂ ਮਿਹਨਤ ਬਹੁਤ ਹੋ ਰਹੀ ਹੈ, ਤੇ ਆਖਰਤ ਦੀ ਖੇਤੀ ਦੇ ਵਿੱਚ ਕੁਝ ਵੀ ਨਹੀਂ ਹੋ ਰਿਹਾ। ਸਾਡੇ ਦਿਲਾਂ ਦੀ ਜ਼ਮੀਨ ਵੀ ਅੱਲਾ ਦੇ ਜ਼ਿਕਰ ਦੇ ਨਾਲ ਜ਼ਿੰਦਾ ਹੁੰਦੀ ਹੈ। ਜਿਸ ਤਰ੍ਹਾਂ ਕ੍ਰਿਕਟ ਮੈਚ ਹੋ ਰਿਹਾ ਹੁੰਦਾ ਤਾਂ ਰਾਤ ਨੂੰ ਸਰਚ ਲਾਈਟਾਂ ਲੱਗੀਆਂ ਹੁੰਦੀਆਂ। ਜਦੋਂ ਸਰਚ ਲਾਈਟਾਂ ਲੱਗੀਆਂ ਹੁੰਦੀਆਂ ਨਾ ਜਿਹੜੀਆਂ ਕ੍ਰਿਕਟ ਮੈਚ 'ਚ, ਉਹਦੇ ਵਿੱਚ ਸਾਨੂੰ ਭੁੰਡੀਆਂ ਵੀ ਉੱਡਦੀਆਂ ਨਜ਼ਰ ਆ ਜਾਂਦੀਆਂ ਸਰਚ ਲਾਈਟਾਂ 'ਚ, ਤੇ ਉਦਾਂ ਉੱਡ ਰਹੀਆਂ ਹੁਣ ਸਾਨੂੰ ਨਜ਼ਰ ਨਹੀਂ ਆਉਂਦੀਆਂ ਕਿਉਂਕਿ ਹਨੇਰਾ ਹੁੰਦਾ। ਇਸੇ ਤਰ੍ਹਾਂ ਜਦੋਂ ਬੰਦਾ ਅੱਲਾ ਦਾ ਜ਼ਿਕਰ ਕਰਦਾ ਹੈ ਨਾ, ਤਾਂ ਜ਼ਿਕਰ ਦੇ ਨੂਰ ਦੀ ਜਦੋਂ ਸਰਚ ਲਾਈਟ ਰੋਸ਼ਨ ਹੋ ਜਾਂਦੀ ਹੈ ਤਾਂ ਆਪਣੇ ਅੰਦਰ ਦੀਆਂ ਜਿਹੜੀ ਜੜੀ ਬੂਟੀਆਂ ਉਹ ਵੀ ਨਜ਼ਰ ਆਉਣ ਲੱਗ ਜਾਂਦੀਆਂ ਕਿ ਮੇਰੇ 'ਚ ਹਸਦ ਵੀ ਹੈ, ਮੇਰੇ 'ਚ ਤਕੱਬਰ ਵੀ ਹੈ, ਮੇਰੇ 'ਚ ਚੁਗਲੀ ਵੀ ਹੈ, ਮੇਰੇ 'ਚ ਐਬ ਜੋਈ ਵੀ ਹੈ, ਮੇਰੇ 'ਚ ਬਖਤਾਨਦਰਾਜ਼ੀ ਵੀ ਹੈ, ਮੇਰੇ 'ਚ ਬੁग़ਜ਼ ਵੀ ਹੈ, ਮੇਰੇ 'ਚ ਕੀਨਾ ਵੀ ਹੈ। ਮੈਂ ਯਾਨੀ ਕਿ ਲੋਕਾਂ ਦੇ ਨਾਲ ਸਹੀ ਨਹੀਂ ਚੱਲਦਾ। ਆਪਣੀ ਆਪ ਦੀ ਪਛਾਣ ਹੋਣ ਲੱਗ ਜਾਂਦੀ ਹੈ ਉਦੋਂ ਜਦੋਂ ਜ਼ਿਕਰ ਦੀ ਰੋਸ਼ਨੀ ਪੈਂਦੀ ਹੈ, ਜ਼ਿਕਰ ਇਲਾਹੀ ਦੇ ਨੂਰ ਦੀ ਰੋਸ਼ਨੀ ਇੱਥੇ ਪੈਂਦੀ ਹੈ। ਤੇ ਜਦੋਂ ਪੈਂਦੀ ਹੈ ਫਿਰ ਇਹਨੂੰ ਨਜ਼ਰ ਆਉਂਦੀਆਂ। ਫਿਰ ਜ਼ਿਕਰ ਇਲਾਹੀ ਦੀ ਰੋਸ਼ਨੀ ਦੇ ਨਾਲ ਜਦੋਂ ਇਹਨੂੰ ਪਾਵਰ ਮਿਲਦੀ ਹੈ ਰਹਿਮਤ ਦੀ, ਦਰੂਦ ਪਾਕ ਦੇ ਜ਼ਰੀਏ, ਫਿਰ ਬੰਦਾ ਖੁਦ ਬ ਖੁਦ ਉਹਨਾਂ ਚੀਜ਼ਾਂ ਨੂੰ ਕੱਢਣ ਲੱਗ ਜਾਂਦਾ। ਹੱਤਾ ਕਿ ਇਹ ਉਹਨਾਂ ਨੂੰ ਨਿਕਾਲ ਕੇ ਇੱਥੇ ਹੋ ਜਾਂਦਾ ਹੈਗਾ ਕਿ ਸਾਰੀ ਫਸਲ ਜਿਹੜੀ ਹੈ ਨਾ ਖਾਲਸ ਹੋ ਜਾਂਦੀ ਹੈ। ਤੇ ਜਦੋਂ ਸਾਰੀ ਫਸਲ ਖਾਲਸ ਹੋ ਜਾਂਦੀ ਹੈ ਫਿਰ ਬੰਦਾ ਬੜਾ ਖੁਸ਼ ਹੁੰਦਾ, ਯਾਰ ਸ਼ੁਕਰ ਅੱਲਾਹ ਦਾ, ਲਾ ਖੌਫਨ ਅਲੈਹਿਮ ਵਲਾ ਹੁਮ ਯਹਜ਼ਨੂਨ ਬਣ ਜਾਂਦਾ। ਜਦੋਂ ਤੱਕ ਫਸਲ ਖਾਲਸ ਨਹੀਂ ਹੁੰਦੀ ਉਦੋਂ ਤੱਕ ਖੌਫ 'ਚ ਰਹਿੰਦਾ ਹੈ, ਪਤਾ ਨਹੀਂ ਕੀ ਬਣਨਾ ਯਾਰ ਭੁੰਡੀ ਨਾ ਖਰਾਬ ਕਰ ਦੇ ਜਾਂ ਟਿੱਡੀ ਨਾ ਖਰਾਬ ਕਰ ਦੇ। ਤੇ ਜਦੋਂ ਫਸਲ ਖਾਲਸ ਹੋ ਗਈ ਫਿਰ ਖੌਫ ਤੋਂ ਆਜ਼ਾਦ ਹੋ ਜਾਂਦਾ।